ਲਈ ਜਿਹੜਾ ਪੰਜਾਬ ਦੇ ਵਿੱਚ ਕੱਲ੍ਹ ਘਟਨਾ ਹੋਈ ਹੈ ਉਹਦੇ 'ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹੁੰਦੀ ਹਾਂ। ਸਾਨੂੰ ਅਜਿਹੀਆਂ ਘਟਨਾਵਾਂ 'ਤੇ ਨੌਜਵਾਨਾਂ ਨੂੰ ਬੋਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਭ ਤੋਂ ਪਹਿਲੀ ਗੱਲ, ਪੰਜਾਬ ਦੇ ਨੌਜਵਾਨਾਂ ਨੂੰ ਧਰਮ ਤੋਂ, ਰਾਜਨੀਤੀ ਤੋਂ ਅਤੇ ਹੋਰ ਵੀ ਸਮਾਜਿਕ ਰੁਤਬਿਆਂ ਤੋਂ ਉੱਪਰ ਉੱਠ ਕੇ ਇਹ ਅਜਿਹੀਆਂ ਘਟਨਾਵਾਂ 'ਤੇ ਬੋਲਣਾ ਚਾਹੀਦਾ। ਸਾਨੂੰ ਪਾਰਟੀਸਪੇਸ਼ਨ ਕਰਨਾ ਚਾਹੀਦਾ ਹੈ। ਗੱਲ ਇਹ ਹੈ ਵੀ ਜਿਹੜੀ ਹੁਣ ਇਹਨਾਂ ਨੇ ਪੰਜਾਬੀਅਤ 'ਤੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ, ਸਾਡੇ ਕਲਚਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ 'ਤੇ ਬੋਲਣਾ ਮਜਬੂਰੀ ਬਣ ਗਈ ਸਾਡੀ। 5 ਤਰੀਕ ਦੀ ਜਿਹੜੀ ਉਹਨਾਂ ਦੀ ਰੈਲੀ ਸੀ ਉਹ ਕਹਿ ਹੀ ਰਹੇ ਨੇ ਕਿ ਇਹ ਮਤਲਬ ਕੈਂਸਲ ਨਹੀਂ ਹੋਈ, ਸਸਪੈਂਡ ਹੋਈ ਹੈ। ਅਸੀਂ ਦੁਬਾਰਾ ਉਹਨੂੰ ਕਰਾਂਗੇ। ਠੀਕ ਹੈ, ਬਹੁਤ ਸਾਰੇ ਕੰਮ ਸਸਪੈਂਡ ਹੁੰਦੇ ਨੇ ਦੇਸ਼ ਦੇ ਵਿੱਚ, ਵੱਡੇ ਤੋਂ ਵੱਡੇ ਕੰਮ ਕੈਂਸਲ ਹੋ ਜਾਂਦੇ ਨੇ, ਤੇ ਕੋਈ ਵੱਡੀ ਗੱਲ ਨਹੀਂ ਹੈਗੀ। ਕੈਂਸਲ ਹੋ ਗਿਆ ਕੋਈ ਵੱਡੀ ਗੱਲ ਨਹੀਂ, ਸਸਪੈਂਡ ਹੋ ਗਿਆ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਉਹਨਾਂ ਦਾ ਉਹਦੇ ਵਿੱਚ ਕਿਸੇ ਇੱਕ ਫੈਕਟਰ ਨੂੰ ਲੈ ਕੇ ਅਸੀਂ ਜ਼ਿੰਮੇਦਾਰ ਨਹੀਂ ਠਹਿਰਾ ਸਕਦੇ। ਬਹੁਤ ਸਾਰੇ ਕਾਰਨ ਸੀ। ਸਭ ਤੋਂ ਪਹਿਲਾਂ ਤਾਂ ਕੁਦਰਤੀ ਕਾਰਨ ਸੀ ਕਿ ਮੀਂਹ ਲਗਾਤਾਰ ਪੈਂਦਾ ਰਿਹਾ। ਕਿਸਾਨ ਡਟੇ ਰਹੇ ਜਿਹੜੇ ਉਹਨਾਂ ਦਾ ਵਿਰੋਧ ਕਰਨ ਗਏ ਸੀ, ਬਟ ਜਿਹੜੇ ਆਮ ਲੋਕ ਉਹਨਾਂ ਦੀ ਰੈਲੀ 'ਚ ਆਏ ਸੀ ਉਹਨਾਂ ਕੋਲ ਇੰਨੀ ਤਾਕਤ ਨਹੀਂ ਸੀ ਕਿ ਉਹ ਉੱਥੇ ਉਹਨਾਂ ਦੀ ਰੈਲੀ 'ਚ ਉਵੇਂ ਭਿੱਜੇ ਹੋਏ ਰਹੀ ਜਾਂਦੇ। ਕੁਰਸੀਆਂ ਉਹਨਾਂ ਦੀਆਂ ਖਾਲੀ ਬੈਠੀਆਂ ਸੀ। ਉਹ ਆਮ ਲੋਕ ਸੀ, ਸ਼ਹਿਰਾਂ ਵਾਲੇ ਲੋਕ ਸੀ, ਬੀਜੇਪੀ ਜਿਹੜੇ ਵਰਕਰ ਸੀਗੇ, ਤਾਂ ਉਹ ਉੱਥੇ ਮੀਂਹ ਦੇ ਵਿੱਚ ਬੈਠੇ ਨਹੀਂ ਰਹੇ। ਬਾਕੀ ਇਹਨਾਂ ਦਾ ਆਪ ਦਾ ਟੈਂਟ ਵੀ ਵਾਟਰਪ੍ਰੂਫ ਨਹੀਂ ਸੀਗਾ ਅਤੇ ਲੋਕ ਉੱਥੇ ਗਏ ਨਹੀਂ। ਇਹ ਸਾਰੇ ਕਾਰਨ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਪੰਜਾਬ ਦੀ ਜਿਹੜੀ ਮਤਲਬ ਪੰਜਾਬ ਦੀ ਇਹ ਸਿਕਿਉਰਿਟੀ ਲੈਪਸ ਹੈ, ਕਿਉਂਕਿ ਜਦੋਂ ਕਿ ਕੋਈ ਵੀ ਪ੍ਰਧਾਨ ਮੰਤਰੀ ਇੱਧਰੋਂ ਉੱਧਰ ਜਾਂਦਾ, ਦੇਸ਼ ਦਾ ਪ੍ਰਧਾਨ ਮੰਤਰੀ, ਸਾਡੇ ਲਈ ਉਹ ਇੱਕ ਪਾਰਟੀ ਦਾ ਅਹੁਦੇਦਾਰ ਥੋੜ੍ਹੀ ਆਇਆ ਸੀ ਪੰਜਾਬ ਦੇ ਵਿੱਚ। ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਪੰਜਾਬ ਦੇ ਵਿੱਚ ਆਇਆ ਸੀ, ਅਤੇ ਸਿਕਿਉਰਿਟੀ ਉਹਦੇ ਨਾਲ ਪੂਰੀ ਟਾਈਟ ਸੀਗੀ। ਸੈਂਟਰ ਸਿਕਿਉਰਿਟੀ ਅਤੇ ਸਟੇਟ ਦੀ ਸਿਕਿਉਰਿਟੀ ਦੋ ਸਿਕਿਉਰਿਟੀਆਂ ਮਿਲਦੀਆਂ ਨੇ। ਉਹਨਾਂ ਦਾ ਅਗਰ ਆਪਸ ਵਿੱਚ ਕਮਿਊਨੀਕੇਸ਼ਨ ਨਹੀਂ ਸੀਗਾ ਜਾਂ ਕੋਈ ਆਪਸੀ ਗੱਲਬਾਤ ਸੀ, ਅਤੇ ਜੇ ਪੀ ਨੱਡਾ ਜੀ ਜਾਂ ਜਿਹੜੇ ਵੀ ਇਹਨਾਂ ਦੇ ਕਹਿੰਦੇ ਨੇ ਵੀ ਅਸੀਂ ਫੋਨ CM ਚੰਨੀ ਨੂੰ ਲਾਉਂਦੇ ਰਹੇ, ਉਹ ਫੋਨ CM ਚੰਨੀ ਨੂੰ ਲਾਉਣ ਦੀ ਬਜਾਏ ਉਹ ਸਿਕਿਉਰਿਟੀ ਆਫੀਸਰ ਨੂੰ ਫੋਨ ਲਾਉਣੇ ਚਾਹੀਦੇ ਸੀ ਨਾ, ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਪੈਸੇ ਦੇ ਕੇ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਕਰਕੇ ਸਿਕਿਉਰਿਟੀ 'ਤੇ ਕਰੋੜਾਂ ਰੁਪਏ ਖਰਚ ਹੁੰਦੇ ਨੇ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਕਿਵੇਂ ਕਰਨੀ ਹੈ। ਐਡੀ ਮਜ਼ਬੂਤ ਸਿਕਿਉਰਿਟੀ ਸੀ, ਅਤੇ ਕੋਈ ਐਵੇਂ ਦੀ ਗੱਲ ਨਹੀਂ ਕਿ ਸਿਕਿਉਰਿਟੀ ਲੈਪਸ ਹੋਏ ਨੇ ਉੱਥੇ। ਉਹ ਜਾਣਬੁੱਝ ਕੇ ਬਦਨਾਮ ਕਰਨਾ ਪੰਜਾਬੀਅਤ ਨੂੰ, ਪੰਜਾਬ ਨੂੰ, ਸਾਡੇ ਕਲਚਰ ਨੂੰ, ਸਾਡੇ ਵਿਰਸੇ ਨੂੰ। ਜਮਹੂਰੀ ਅਧਿਕਾਰ ਸੀਗਾ ਕਿਸਾਨਾਂ ਦਾ ਕਿ ਉਹ ਆਪਦਾ ਵਿਰੋਧ ਕਰ ਸਕਦੇ ਸੀ। ਜਮਹੂਰੀ ਅਧਿਕਾਰ ਸੀਗਾ PM ਮੋਦੀ ਦਾ ਐਜ ਏ BJP ਦਾ ਲੀਡਰ ਕਿ ਉਹ ਆਪਦੀ ਰੈਲੀ ਨੂੰ ਸੰਬੋਧਨ ਕਰ ਸਕਦੇ ਸੀ। ਦੋਨਾਂ ਧਿਰਾਂ ਦੇ ਜਮਹੂਰੀ ਅਧਿਕਾਰ ਸੀ, ਅਤੇ ਵਿੱਚ ਗੱਲ ਫਸ ਗਈ ਸਿਕਿਉਰਿਟੀ ਦੀ। ਕਿਸਾਨ ਆਪਦਾ ਬੈਠੇ ਰਹੇ, ਕਿਸਾਨ ਆਏ, ਆਪਦੀਆਂ ਕਿਸਾਨਾਂ ਦੀਆਂ ਨਾਲ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ 3 ਕਾਲੇ ਕਾਨੂੰਨ ਵਾਪਸ ਹੋ ਗਏ ਸੀ ਕਾਲੇ ਕਾਨੂੰਨ ਸਾਡੇ ਵਾਪਸ। MSP ਦੀ ਗਰੰਟੀ 'ਤੇ ਗੱਲ ਚੱਲਦੀ ਪਈ ਸੀ। 15 ਤਰੀਕ ਤੱਕ ਉਹਦੀ ਰਿਪੋਰਟ ਦੀ ਗੱਲ ਹੋ ਗਈ ਸੀ ਵੀ 15 ਜਨਵਰੀ ਤੱਕ ਉਹਦਾ ਫਾਈਨਲ ਡਿਸੀਜਨ ਮਿਲੇਗਾ ਸਾਨੂੰ। ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲਖੀਮਪੁਰ ਖੀਰੀ ਘਟਨਾ ਦੇ ਵਿੱਚ ਦੋਸ਼ੀ ਸੀਗੇ ਟੈਨੀ, ਉਹਨੂੰ ਇਹਨਾਂ ਨੇ ਅੱਜ ਵੀ ਉਹ ਇਹਨਾਂ ਦਾ ਮੰਤਰੀ ਹੈ। ਇਹ ਮਤਲਬ ਇੱਕ ਬੇਟਾ ਉਹਨਾਂ ਦਾ ਅਰੈਸਟ ਹੈ, ਅਤੇ ਜਿਹੜਾ ਉਹਨਾਂ ਦੇ ਉਹਦਾ ਪਾਪਾ ਹੈ ਉਹ ਅੱਜ ਵੀ ਮਨਿਸਟਰ ਹੈ। ਇਹ ਗੱਲ ਠੀਕ ਨਹੀਂ ਕਿ ਸਾਡੇ ਕਿਸਾਨਾਂ ਦੇ ਉੱਤੇ ਗੱਡੀ ਚੜ੍ਹ ਕੇ ਜਾਣ ਕੇ ਮਾਰ ਦੇਣਾ, ਅਤੇ ਉਸ ਤੋਂ ਬਾਅਦ ਵੀ ਉਹ ਮੰਤਰੀ ਰਹੇ। ਉਸ ਤੋਂ ਇੱਕ ਬੰਦੇ ਤੋਂ ਅਸਤੀਫਾ ਨਹੀਂ ਲੈ ਸਕੀ ਉੱਥੋਂ ਦੀ ਸਟੇਟ ਸਰਕਾਰ, ਤੇ ਇਹ ਕਹਿੰਦੇ ਵੀ ਸਿਕਿਉਰਿਟੀ ਲੈਪਸ। ਅਤੇ ਦੂਸਰੀ ਗੱਲ, ਜਿਹੜੇ ਪੰਜਾਬ ਦੀ BJP ਹੈ, ਖਾਸ ਕਰਕੇ ਪੰਜਾਬ ਦੀ BJP, ਇਹ ਫੇਲੀਅਰ ਉਹਨਾਂ ਦਾ ਹੈ। ਪਹਿਲਾਂ ਤਾਂ ਉਹ ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਪਹਿਲਾਂ ਤਾਂ ਉਹ ਅਕਾਲੀਆਂ ਨਾਲ ਮਿਲ ਜੁਲ ਕੇ, ਲੋਕਲ ਪਾਰਟੀਆਂ ਨਾਲ ਮਿਲ ਜੁਲ ਕੇ ਭੀੜ ਜੁਟਾ ਲੈਂਦੇ ਸੀਗੇ। ਇੱਥੇ ਅਕਾਲੀਆਂ ਦੇ ਨਾਲ ਉਹਨਾਂ ਦਾ ਗਠਜੋੜ ਖਤਮ ਹੋਇਆ ਅਤੇ ਅਕਾਲੀਆਂ ਨੇ ਨਹੀਂ ਸਪੋਰਟ ਕੀਤੀ, ਅਤੇ ਜਿਹੜੀ ਪੰਜਾਬ ਦੀ BJP ਕਮਜ਼ੋਰ ਇੱਕ BJP ਹੈ।
ਇਹ ਮੰਨਣਾ ਚਾਹੀਦਾ ਉਹਨਾਂ ਨੂੰ। ਆਪਦੀ ਕਮਜ਼ੋਰੀ ਦਾ ਭਾਂਡਾ ਉਹ ਪੰਜਾਬੀਅਤ ਦੇ ਉੱਤੇ ਨਾ ਕਰਨ। ਪੰਜਾਬ ਦੇ ਜਦੋਂ ਤੋਂ 12 ਮਹੀਨੇ 13 ਮਹੀਨੇ ਕਿਸਾਨੀ ਅੰਦੋਲਨ ਚੱਲਿਆ ਦਿੱਲੀ ਦੀਆਂ ਸੜਕਾਂ ਦੇ ਉੱਤੇ, ਜਿਹੜੀ ਪੰਜਾਬ ਦੀ ਬੀਜੇਪੀ ਸੀਗੀ ਉਹ ਇਹ ਸਾਨੂੰ ਗਾਲਾਂ ਕੱਢਦੀ ਰਹੀ ਕਿਸਾਨਾਂ ਨੂੰ, ਜਦ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਵਾਪਸ ਕਿਸਾਨਾਂ ਵਿੱਚ ਹੀ ਤਾਂ ਆਉਣਾ ਇਹਨਾਂ ਨੇ, ਜਦ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਲੋਕਲ ਲੈਵਲ ਤੇ ਆਪਦਾ ਕੰਮ ਕਰਦੇ ਰਹਿੰਦੇ। ਇਹਨਾਂ ਨੇ ਕੰਮ ਨਹੀਂ ਕੀਤਾ, ਪਿੰਡਾਂ ਪਿੰਡਾਂ 'ਚ ਨਹੀਂ ਗਏ, ਕਿਸਾਨਾਂ ਨੂੰ ਉਹਦੇ ਸ਼ਵਾਸਨ 'ਚ ਨਹੀਂ ਲਿਆ। ਐਦਾਂ ਨਹੀਂ ਪਾਰਟੀਆਂ ਦੇ ਏਡੇ ਵੱਡੇ ਸੰਗਠਨ ਚੱਲਦੇ ਹੁੰਦੇ। ਇਹ ਤਾਂ ਬੀਜੇਪੀ ਨੂੰ ਵੀ ਸਮਝਣਾ ਪਏਗਾ। ਬੀਜੇਪੀ ਇੱਕ ਬਹੁਤ ਕਹਿ ਦਾਂਗੇ ਕਿ ਸੰਗਠਿਤ ਪਾਰਟੀ ਹੈ, ਨੈਸ਼ਨਲ ਪਾਰਟੀ ਹੈ। ਕਾਂਗਰਸ ਨੂੰ 44 ਸੀਟਾਂ ਮਿਲੀਆਂ ਸੀ ਤੇ ਬੀਜੇਪੀ ਨੂੰ 303 ਸੀਟਾਂ ਮਿਲੀਆਂ ਹੋਈਆਂ ਨੇ। 303 ਸੀਟਾਂ ਵਾਲੀ ਜਿਹੜੀ ਪਾਰਟੀ ਹੁੰਦੀ ਉਹ ਮਜ਼ਬੂਤ ਪਾਰਟੀ ਹੁੰਦੀ ਹੈ, ਉਹਦਾ ਸੰਗਠਨ ਬਹੁਤ ਮਜ਼ਬੂਤ ਹੁੰਦਾ ਹੈ। ਬਟ 13 ਮਹੀਨਿਆਂ ਦੇ ਦਿੱਲੀ ਦੇ ਸੰਘਰਸ਼ ਨੇ ਇਹ ਪੰਜਾਬ ਦੇ ਬੀਜੇਪੀ ਦਾ ਜਿਹੜਾ ਸੰਗਠਨ ਸੀ ਕਮਜ਼ੋਰ ਕਰ ਦਿੱਤਾ ਹੈ। ਇਹ ਉਹਨਾਂ ਨੂੰ ਵਾਪਸ ਵਿਸ਼ਵਾਸ ਦੇ ਵਿੱਚ ਲਿਆਉਣ ਦੇ ਲਈ ਇਹ ਪੰਜਾਬੀਅਤ ਤੇ ਉਹਦੇ ਕਲਚਰ ਨੂੰ ਬਦਨਾਮ ਨਹੀਂ, ਉਹਨੂੰ ਵਿਸ਼ਵਾਸ 'ਚ ਲੈ ਕੇ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਕਹਿੰਦੇ ਨੇ ਨਾ ਅਸੀਂ 84 ਦਰਾ ਦਿਆਂਗੇ, ਅਸੀਂ 84 ਦਰਾ ਦਿਆਂਗੇ, ਮਤਲਬ 84 ਸਾਨੂੰ ਯਾਦ ਕਰਾਉਂਦੇ ਹੋ। ਤੁਸੀਂ ਅਸਲੀ ਆਤੰਕਵਾਦੀ ਹੋ ਜਿਹੜੇ ਕਹਿੰਦੇ ਨੇ ਕਿ 84 ਦਰਾ ਦਿਆਂਗੇ। ਸਰਕਾਰ ਨੂੰ ਹੁਣ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਦੇਣਾ ਚਾਹੀਦਾ। 84 ਦਰਾਉਣ ਦਾ ਕੀ ਮਤਲਬ ਹੋਇਆ? ਕੀ ਇਹ ਗੱਲਾਂ ਨੇ? ਕੀ ਗੱਲਾਂ ਨੇ ਇਹ 84 ਦਰਾ ਦਿਆਂਗੇ? ਕੀ ਮਤਲਬ? ਇੱਕ ਮੈਜੋਰਟੀ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਸਾਰੇ ਧਰਮਾਂ ਨੂੰ, ਸਾਰੇ ਫੇਥਾਂ ਨੂੰ ਆਪਣਾ ਅਧਿਕਾਰ ਹੈ ਕਿ ਉਹ ਆਪਦੀ ਗੱਲ ਰੱਖ ਸਕਣ, ਆਪਦੇ ਫੇਥ ਨੂੰ ਮੰਨ ਸਕਣ। ਫਿਰ ਸਾਨੂੰ ਧਮਕੀਆਂ ਕਿਉਂ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ 84 ਦਰਾ ਦਾਂਗੇ? ਇਹ ਕੌਣ ਕੌਮ ਹੈ? ਕਿਹੜੀ ਕੌਮ ਹੈ? ਕਿਹੜੇ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ 84 ਦਰਾ ਦਾਂਗੇ? ਉਹਨਾਂ ਨੂੰ ਬੀਜੇਪੀ ਵੀ ਨੰਗਿਆ ਕਰੇ ਤੇ ਉਹਨਾਂ ਨੂੰ ਸਾਰਾ ਪ੍ਰਸ਼ਾਸਨ ਨੰਗਿਆ ਕਰੇ। ਅਸਲੀ ਦੇਸ਼ ਦੇ ਆਤੰਕਵਾਦੀ, ਦੇਸ਼ ਦੇ ਵਿਰੋਧੀ, ਦੇਸ਼ ਧਰੋਹੀ ਉਹੀ ਲੋਕ ਨੇ ਜਿਹੜੇ ਆਪਦੇ ਪ੍ਰਧਾਨ ਨੂੰ ਵੀ ਨਹੀਂ ਮੰਨਦੇ। ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਇਸ ਤੇ ਲੈ ਕੇ। ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦੀ ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਨੇ, ਸਾਡੇ ਲਈ ਉਹ ਸਵਾਗਤਯੋਗ ਨੇ, ਰਿਸਪੈਕਟਡ ਨੇ। ਬਟ 13 ਮਹੀਨੇ ਜੇ ਅਸੀਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ ਸੀ, ਮੀਂਹ ਹੰਡਾਏ ਸੀ ਆਪਦੇ ਤਨਾਂ ਤੇ, ਹਨੇਰੀਆਂ ਹੰਡਾਈਆਂ ਸੀ, ਸਾਡੇ ਟੈਂਟ ਫਟ ਜਾਂਦੇ ਸੀ, ਉੱਤੇ ਬਲਦੀ ਗਰਮੀਆਂ ਦੀ ਧੁੱਪ, ਮੇਰੇ ਤਾਂ ਸਕਿਨ ਦਾ ਰੰਗ ਹੀ ਬਦਲ ਗਿਆ ਸੀ, ਕਲਰ ਕਾਲਾ ਹੋ ਗਿਆ ਸੀ ਸਾਡੇ, ਸਾਨੂੰ ਇੰਨੀਆਂ ਬਿਮਾਰੀਆਂ ਲੱਗੀਆਂ, ਤਾਂ ਅਸੀਂ ਫਿਰ ਵੀ ਉੱਥੇ ਡਟੇ ਰਹੇ। ਤੇ ਇਹ ਇੱਕ ਰੈਲੀ ਸੀ, ਵਿਰੋਧ ਵੱਡੇ ਲੋਕਾਂ ਦਾ ਵਿਰੋਧ ਵੀ ਹੁੰਦਾ, ਇਹ ਤੁਹਾਨੂੰ ਮੰਨਣਾ ਪਊਗਾ ਕਿ ਤੁਹਾਡਾ ਅਗਰ ਵਿਰੋਧ ਹੋ ਰਿਹਾ ਸੀ ਤਾਂ ਕੋਈ ਸਗੋਂ ਤੁਹਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਸੀ ਕਿ ਵਿਰੋਧ ਤਾਂ ਹੁੰਦਾ ਹੀ ਹੈ। ਪਾਰਟੀਆਂ ਦੇ ਵੀ ਵਿਰੋਧ ਹੁੰਦੇ ਨੇ, ਮੰਤਰੀਆਂ ਦੇ ਵਿਰੋਧ ਹੁੰਦੇ ਨੇ। ਤੁਸੀਂ ਆਪ ਹੀ ਦੇਖੋ ਕਿ ਪੰਜਾਬ ਦੀ ਸਰਕਾਰ ਨੂੰ ਰੋਜ਼ ਵਿਰੋਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ ਕਦੇ ਡਾਕਟਰ ਵਿਰੋਧ ਕਰਦੇ ਨੇ, ਨਰਸਾਂ ਵਿਰੋਧ ਕਰਦੀਆਂ ਨੇ, ਸਟੂਡੈਂਟ ਵਿਰੋਧ ਕਰਦੇ ਨੇ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗੇ ਨੂੰ ਬੜੇ ਦਿਨ ਹੋ ਗਏ। ਟੀਚਰ ਦੇਖੋ ਰੋਜ਼ ਜੁੱਤੀਆਂ ਮਾਰਦੇ ਪਏ ਸੀ। ਮੈਂ ਦੇਖਿਆ ਕੱਲ ਹੀ ਸਿੱਧੂ ਦੀ ਪੋਸਟ ਤੇ, ਮੈਂ ਦੇਖਿਆ ਨਵਜੋਤ ਸਿੰਘ ਸਿੱਧੂ ਦੀ ਪੋਸਟ ਤੇ ਇਹ ਵਿਰੋਧ ਤਾਂ ਰਾਜਨੀਤਿਕਾਂ ਦਾ ਹੁੰਦਾ ਹੀ ਹੈ, ਕੋਈ ਵੱਡੀ ਗੱਲ ਨਹੀਂ ਸੀ। ਤੇ ਜਿਹੜੇ ਸਿਕਿਉਰਿਟੀ ਲੈਪਸ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਜਾ ਕੇ ਬਠਿੰਡਾ ਇਹ ਕਹਿਣਾ ਕਿ ਮੈਂ ਬਚ ਕੇ ਆ ਗਿਆ, ਇਹ ਕਿਤੇ ਨਾ ਕਿਤੇ ਪੋਲੀਟੀਕਲ ਮੋਟੀਵੇਟਡ ਸਟੇਟਮੈਂਟ ਵੀ ਲੱਗਦੀ ਹੈ। ਚਲੋ ਇਹ ਗੱਲ ਠੀਕ ਹੈ ਕਿ ਉਹ ਰਾਜਨੇਤਾ ਨੇ ਤੇ ਉਹ ਕਹਿ ਸਕਦੇ ਸੀ, ਬੋਲ ਸਕਦੇ ਨੇ, ਉਹਨਾਂ ਦਾ ਅਧਿਕਾਰ ਹੈ। ਬਟ ਉਹਨਾਂ ਦੇ ਬੋਲਣ ਨਾਲ ਪੰਜਾਬ ਦਾ ਨੁਕਸਾਨ ਹੋ ਸਕਦਾ ਹੈ। ਉਹਨਾਂ ਨੂੰ ਵੀ ਇਹ ਚੀਜ਼ ਥੋੜ੍ਹੀ ਸੋਚਣੀ ਚਾਹੀਦੀ ਸੀ। ਉਤਰ ਸਕਦੇ ਸੀ, ਇਹਨਾਂ ਨੇ ਪਹਿਲਾਂ ਵੀ ਐਵੇਂ ਹੋਇਆ ਹੈ, ਦਿੱਲੀ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਹੋਇਆ ਸੀ ਤੇ ਉਹ ਉਤਰ ਕੇ ਗਏ ਨੇ, ਭੀੜ ਇਕੱਠੀ ਹੋ ਗਈ ਸੀ। ਯੂਪੀ ਦੇ ਵਿੱਚ ਉਹਨਾਂ ਦਾ ਵਿਰੋਧ ਹੁੰਦਾ ਹੈ, ਉਹ ਉਤਰ ਕੇ ਚਲੇ ਜਾਂਦੇ ਨੇ। ਇੱਥੇ ਵੀ ਉਤਰ ਕੇ ਆਉਂਦੇ, ਉਤਰ ਕੇ ਆ ਜਾਂਦੇ। ਜੇ ਉਹਨਾਂ ਨੂੰ ਲੱਗਦਾ ਸੀ ਅਸੀਂ ਪੰਜਾਬ ਦੇ ਲੋਕਾਂ ਨੇ, ਇਹਦਾ ਮਤਲਬ ਹੈ ਵੀ ਤੁਸੀਂ ਹਮੇਸ਼ਾ ਤੋਂ ਗੈਂਗਸਟਰ ਹੀ ਸਮਝਦੇ ਰਹੋਗੇ। ਅਸੀਂ ਵੀ ਆਮ ਲੋਕ ਹਾਂ, ਨੋਰਮਲ ਲੋਕ ਉੱਥੇ ਬੈਠੇ ਸੀ, ਜੇ ਬੈਠੇ ਵੀ ਸੀ ਤਾਂ ਜਿਹੜੇ ਵੀ ਲੋਕ ਉੱਥੇ ਬੈਠੇ ਸੀ ਉਹ ਨੋਰਮਲ ਹੀ ਲੋਕ ਸੀ, ਕਾਮਨ ਲੋਕ ਬੈਠੇ ਸੀ। ਆਪਦੀਆਂ ਮੰਗਾਂ, ਜਿਹੜੀਆਂ ਮੰਗਾਂ ਦੀ ਗੱਲ ਹੋ ਰਹੀ ਸੀ, ਉਹਨਾਂ ਮੰਗਾਂ ਦੇ ਉੱਤੇ ਹੀ ਉਹ ਬੈਠੇ ਸੀ। 8 ਕਿਲੋਮੀਟਰ ਦੂਰ ਸੀ। ਜੇ PM ਮੋਦੀ ਸਾਹਿਬ ਇਹ ਵੀ ਕਹਿ ਦਿੰਦੇ ਵੀ ਚਲੋ ਇਹਨਾਂ ਨਾਲ ਹੀ ਮਿਲ ਕੇ ਗੱਲਬਾਤ ਕਰ ਲੈਂਦੇ, ਇਹ ਜਿਹਾ ਕਈ ਮੰਤਰੀਆਂ ਨੇ ਇਹੋ ਜਿਹੀ ਐਗਜ਼ਾਮਪਲਾਂ ਦਿੱਤੀਆਂ ਨੇ ਪਹਿਲਾਂ ਵੀ। ਮੈਂ ਉਹਨਾਂ ਦੇ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਫਿਰ ਕਾਂਗਰਸ ਵਾਲੇ ਵੀ ਫੁੱਲ ਜਾਂਦੇ ਨੇ ਵੀ ਹਾਂ ਸਾਡੇ ਮੰਤਰੀ ਨੇ ਇੱਦਾਂ ਕੀਤਾ, ਜਾਂ ਜਿਵੇਂ ਇੰਦਰਾ ਗਾਂਧੀ ਨੇ ਇੱਕ ਦੋ ਵਾਰੀ ਇਹ ਕੀਤਾ ਇਹ ਗੱਲ ਕਿ ਉਹ ਉਹਨਾਂ ਦੇ ਕੋਲ ਗਈ ਹੈ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਗੱਲ ਦਾ ਸਲਿਊਸ਼ਨ ਲੱਭਿਆ ਉਹਨਾਂ ਨੇ।
ਤੇ ਪੀਐਮ ਮੋਦੀ ਵੀ ਇਦਾਂ ਕਰ ਸਕਦੇ ਸੀ। ਦੇਸ਼ ਦੇ ਪੀਐਮ ਸੀ, ਉਹ ਇੱਕ ਪਾਰਟੀ ਦੇ ਹੈੱਡ ਥੋੜੀ ਸੀ ਵੀ ਆਓ ਆਪਾਂ ਬੈਠ ਕੇ ਹੱਲ ਕਰਦੇ ਹਾਂ। ਹੋ ਸਕਦਾ ਉਹੀ ਕੁਰਸੀਆਂ ਸਾਡੇ ਕਿਸਾਨਾਂ ਨਾਲ ਭਰ ਜਾਂਦੀਆਂ, ਅਸੀਂ ਭਰ ਦਿੰਦੇ ਉਹੀ ਕੁਰਸੀਆਂ, ਜਾ ਕੇ ਬੈਠ ਜਾਂਦੇ ਵੀ ਸਾਡੇ ਵੀ ਭਾਈ ਗੱਲਬਾਤ ਹੋਣ ਲੱਗੀ ਹੈ। ਨਾਲੇ ਜਿਹੜੇ ਇਹ ਕਹਿੰਦੇ ਆ ਨਾ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਬਹੁਤ ਵੱਡਾ ਮਸਲਾ ਸੀਗਾ ਸਾਡੇ ਵਾਸਤੇ, ਬੰਦੀ ਸਿੰਘਾਂ ਦੀ ਰਿਹਾਈ ਦਾ ਬਹੁਤ ਵੱਡਾ ਮਸਲਾ ਸੀਗਾ ਤੇ ਇਹਦੇ ਤੇ ਗੱਲਬਾਤ ਹੋਣੀ ਸੀ। ਹੋਰ ਵੀ ਬਹੁਤ ਦੇਸ਼ ਦੇ ਕਿਸਾਨਾਂ ਦੇ ਉੱਤੇ ਕਰਜ਼ੇ ਦੀ ਗੱਲਬਾਤ ਸੀ ਤੇ ਸਾਡੇ ਵਾਸਤੇ ਉਹਨਾਂ ਨੂੰ ਬੇਰੰਗ ਅਸੀਂ ਜਾਣਬੁੱਝ ਕੇ ਥੋੜ੍ਹੀ ਲੁਟਾਇਆ ਹੈ। ਅਸੀਂ ਥੋੜ੍ਹੀ ਚਾਹੁੰਦੇ ਸੀ ਕਿ ਉਹ ਸਾਡੀਆਂ ਮੰਗਾਂ ਨਾ ਮੰਨਣ। ਸਾਡੀਆਂ ਤਾਂ ਮੰਗਾਂ ਅੱਜ ਵੀ ਇਹੀ ਨੇ। ਉਹ ਕਹਿੰਦੇ ਵੀ ਅਗਲੀ ਉਹਨਾਂ ਦੀ ਰੈਲੀ ਜਦੋਂ ਵੀ ਇਹ ਉਹਨਾਂ ਨੇ ਸਸਪੈਂਡ ਕੀਤੀ ਹੈ ਤੇ ਸਾਰਾ ਇਹ ਜਿਹੜਾ ਗਾ ਮੀਡੀਆ ਨੇ ਤੇ ਮੋਦੀ ਦੇ ਉਹਨਾਂ ਲੋਕਲ ਭਗਤਾਂ ਨੇ ਇਹ ਜਿਹੜਾ ਪਾਇਆ ਹੋਇਆ ਜਿਹੜਾ ਤੇ ਜਿਹੜਾ 84 ਦਿਨਾਉਣ ਦੀਆਂ ਗੱਲਾਂ ਕਰਦੇ, ਦੇਸ਼ ਦਾ ਮਾਹੌਲ ਖਰਾਬ ਨਾ ਕਰੋ। ਦੇਸ਼ ਦਾ ਸੰਵਿਧਾਨ ਜੇ ਸਾਡੇ ਤੇ ਲਾਗੂ ਹੁੰਦਾ ਨਾ, ਤੁਹਾਡੇ ਤੇ ਵੀ ਉਨਾ ਹੀ ਲਾਗੂ ਹੁੰਦਾ ਹੈ। ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਵੀ ਮਾਈਨੋਰਿਟੀ ਦੀ ਸੁਰੱਖਿਆ ਦੀ ਗਰੰਟੀ ਸੰਵਿਧਾਨ ਕਰੇ ਤੇ ਤੁਸੀਂ ਸਾਨੂੰ ਵੰਗਾਰਦੇ ਫਿਰਦੇ ਹੋ। टीवी चैनलों के उत्ते लिखा है कि मोदी साहब मौत के मुंह से बचे। वाह, मोदी साहब मौत के मुंह से बचे। जी न्यूज़ की यह खबर आ रही है, अज लाइव चल रहा हुणे 1 घंटा पहला कि मौत के मुंह से बचे भी हम इत्थे मतलब असी हथियार लैके बैठे, असी गैंगस्टर बैठे हाँ। पंजाब दे उही लोग ने जिहड़े दिल्ली दी सरहदां ते 13 महीने बह के आ गए, संसद तक गए ते नहीं उन्होंने कदों कुछ किया मोदी नूं। बट आ जिहड़ियां तुहाडीआं 84 दराउण वालीआं गल्लां ने ना, ये बहुत गलत गल्लां ने। जिहड़ा भी करदा है ये असली आतंकवादी यही है ते इन्हां नूं फड़ के जेलां च डक्को। इन्हां नूं भी पता लग जाए भी किवें भावनावां नूं भड़काईदा हुंदा है। साडे सिद्धे लोकां नूं जिहड़े कॉमन लोक ने जिन्हां दीआं मंगां जायज़ ने, किसानां दीआं मंगां सी जां विद्यार्थियों दीआं मंगां ने, उन्हां दीआं मंगां ना समझ के असीं उन्हां दे उत्ते मतलब अटैक कर साडे पूरे कल्चर नूं बदनाम करन दी कोशिश जिहड़ा भी मीडिया करदा है जां जिहड़े भी लोग करदे ने। असीं कमज़ोर नहीं हाँ, असीं कमज़ोर नहीं हाँ, ना ही असीं कदे कमज़ोरी दा असीं एग्जाम्पल दिती है। असीं बहुत वड्डियां वड्डियां कौमां दे वारस हाँ, वड्डियां वड्डियां मल्लां मारियां ने। ये जिहड़ा कुछ 3-4 घटनावां होईयां देश दे विच गल होई सी जां कुछ ये संबोलिकली चीज़ां ने, एक विरोध ही हुंदा भी भाई जिहड़ा तुहाडा हिंदूवादी एजेंडा है उहनूं थोपण दी कोशिश ना करो किसी कम्यूनिटी ते, क्योंकि देश दे विच संविधान है। सब तो पहला जे तुसीं सानूं मन्नण लई संविधान कहने हो ना, तां फिर संविधान सारिआं ते उहो जिहा ही लागू होना चाहिए। वो भावें कोई भी कम्यूनिटी होवे, कोई भी धर्म होवे, कोई भी आइडियोलॉजी होवे, सब ते बराबर लागू होना चाहिए। जे तुहाडे मंत्री हिंदूता जां हिंदूवाद दीआं गल्लां करदे ने, उन्हां नूं तां तुसीं सरोपे पा के ते उन्हां नूं स्टेट दा बहुत वड्डा बना दिंदे हो। ते जिहड़ा कोई आम कोई कह दे भी हाँ भी सानूं भी खालसा राज चाहिदा है जां मतलब वधिया प्योर राज चाहिदा है, आपदे उहदे शब्दां दी डेफिनेशन अलग हो सकदी है, शब्दां दा हेर फेर हो सकदा। कहण दा मतलब उन्हां दा भी उही हुंदा कि असीं सानूं भी इहो जिहा राज चाहिदा जिहड़ा महाराजा रणजीत सिंह दे समय सी। सानूं भी जे राज चाहिए जिहदे विच भेदभाव ना होवे, ते जे इहो जी कोई गल कर लैंदा तां उहनूं खालिस्तानी घोषित करके उहनूं जेलां दे विच डक देना, ये कित्थों दा न्याय है? जे तुसीं राम राज की गल करदे सानूं कोई प्रॉब्लम नहीं, मैनूं कोई भी प्रॉब्लम नहीं, ना किसी साडे पंजाबी नूं प्रॉब्लम है। तुसीं राम राज की व्याख्या दिंदे हो भी अजिहा राज जिहदे विच सारे सुरੱਖਿਅਤ रहन। असीं भी अजिहे राज की गल करदे हां, अजिहा राज जिहदे विच कोई सारे धर्म बराबर होण, सारियां जातां पातां तो उपर उठ के सारियां जातां बराबर होण, कोई किसी दा उत्पीड़न ना करदा होवे, कोई किसी दा शोषण ना करदा होवे। अजिहे राज की सारिआं नूं लोड़ है। वो मोदी सरकार दवे, कांग्रेस सरकार दवे, जां कोई नवीं पार्टी उठ के दवे, जां कोई नवां धिर दवे तो वो देवे। अजिहे शासन की मंग तो करते रहांगे ना। एक आइडियल एक चीज़ रखी हुंदी है, आदर्श भी इहदे तक असीं पहुँचना। ये लोग जिहड़ी एक गल्लां एवें फालतू फैला देणियां, इन्हां तो सानूं उपर उठना पएगा। अज लोड़ है पंजाब दे नौजवानों नूं अजिहे मुद्दिआं ते बोलण दी जिहदे विच पंजाब नूं बदो-बदी घड़ीसिया जा रहा है। पंजाबीयत नूं, कल्चर नूं, साडे कल्चर नूं
बदो बदी घड़ीसिया जा रहा, सानू बदनाम करने के लिए कोशिश की जा रही है। ये सानू बोलना चाहिए सारिਆਂ ਨੂੰ आके, साडा फर्ज बनता है। असी ना तो चाहते सी कि PM मोदी आके ना बोलन, असी नहीं चाहते सी, क्योंकि साडे वास्ते तो लैके आ रहे सी पैकेज, कहते सी भी पंजाब वास्ते बहुत वड्डे वड्डे पैकेज दे ऐलान करन आ रहे ने। तो सानू तो असी क्यों, सानू अगर कहण आउण भी भाई बंदी ਸਿੰਘਾਂ ਦੀ रिहाई, साडे वास्ते तो बहुत वड्डा मुद्दा सी बंदी ਸਿੰਘਾਂ ਦੀ रिहाई है। बट वो पहला भी कई बार कह चुके हैं कि ये चीज़ां ये 2019 भी कह चुके हैं, तो हमेशा कहते आए ने। गल तो यह भी जे PM साहब ने ओमनी कराने की भी गल कर ली, जे स्कूल कॉलेज स्टेट की सरकार ने बंद कर दिते सी, स्टेट की सरकार ने स्कूल कॉलेज भी बंद कर दिते सी ना एक दिन पहला, तो वो रैली भी बंद कर सकती सी, बट उन्हें नहीं, क्योंकि सेंटर की पावर ज़्यादा होंगी। सानू भी पता है कि सूबे दी पावरां घट ने, फिर भी CM चन्नी ने तुहाडी उहदे ते उंगल एक भी नहीं उठाई भी असीं स्कूल कॉलेज तो बंद कर देते, असीं रैली भी बंद करांगे, नहीं किया उन्होंने। ये तो तुहाडी हुण लीडरशिप नूं समझना पएगा ना। ये तो पंजाब दी जिहड़ी मेन जिहड़ा इहदे च पंजाब दी लीडरशिप है BJP दी, वो दोषी है। पंजाब दी BJP दी लीडरशिप वो कुछ कीता ही नहीं, उन्हें धरती ते कोई काम ही नहीं किया, ग्राउंड लेवल ते जाके गल ही नहीं की उन्हें। खाली शहरियां नाल पंजाब दी जित नहीं हो सकती, पंजाब दे लोकल लोकां नूं, पेंडू लोकां नूं विश्वास च लैना पऊगा, जिन्हां दा विश्वास टुੱਟਿਆ है, जिन्हां नूं तुसीं 13 महीने सड़कां ते बिठाया है, ते उन्हां दा फेथ तुहाडे तो टुੱਟ गया, ते उन्हां नूं एवें उपर दी डांगा मार के तुसीं विश्वास च लाओगे। उन्हां नाल जिहड़े तुसीं वादे कीते ने वो पूरे करो। असीं जिहड़ियां साडीआं किसानां दीआं जायज़ मंगां ने, वो जिहड़ियां तुसीं किहा भी असीं मन्नांगे, वो तां पूरीआं करो, वो पूरीआं करो। विद्यार्थियों दी मंगां ने वो पूरीआं करो, ते जिहड़ा पंजाब नाल वितकरा करदे हो ना, जिहड़ा तुसीं स्टेटमेंटां दे के, ये बंद करो। पंजाब कोई गुंडियां दा देश नहीं, पंजाब च कोई गुंडे नहीं रहिंदे। मैं कहनी भी प्रधानमंत्री मेरे घर आ जाण, मैं उन्हां दी आइडियोलॉजी दी भावें विरोधी हाँ, भावें उन्होंने सानू 13 महीने सड़कां ते बिठा के रखिया, आओ भगत करांगे, लैके आओ, लंगर छकावांगे, आओ मेरे घर आ जाण। असीं दुश्मन थोड़ी हाँ, असीं अपने हत्थीं बना के, असीं वो मावां भैणां जिन्हां ने अपने दुश्मनां नूं हत्थीं लंगर बना बना के छकाए ने सड़कां ते, तां असीं क्यों मोदी नूं इदां करांगे। तुसीं ये जिहड़ियां स्टेटमेंटां मीडिया दे जांदे ना कि मौत के मुंह से बच के आए, तो तुसीं जानबूझ के पंजाब नूं ते खालसा नूं ते सिक्खां नूं बदनाम करन दी कोशिश जिहड़ी तुली हुई है ना, ये नहीं असीं बर्दाश्त करांगे। मंगां आर्थिक मंगां ने, लड़ाई उन्हां ते चलदी पई है। साडे बंदी ਸਿੰਘਾਂ ਦੀ रिहाई दी पंजाब दी कांग्रेस दी भी मैं इत्थे गल करांगी कि पंजाब दी कांग्रेस नहीं चाहुंदी सी कि बंदी ਸਿੰਘਾਂ ਦੀ रिहाई होवे। जिहड़ी पंजाब दी कांग्रेस है कि वो चाहुंदी सी कि जे नहीं सी चाहुंदी बंदी ਸਿੰਘਾਂ ਦੀ रिहाई होवे, जे सिक्योरिटी लैप्स की गल है, इत्थे पंजाब दी कांग्रेस आपदा स्पष्टीकरण देवे। जे सिक्योरिटी लैप्स, वो पहली गल तो मान ही नहीं रहे सिक्योरिटी लैप्स है। मैनू भी लगता है कि कोई सिक्योरिटी का एडा वड्डा कोई कारण नहीं। जे सिक्योरिटी की गल है, CM चन्नी नूं फोन करने की बजाय JP नड्डा जी या जो भी ने, ये CM चन्नी नूं फोन करने की बजाय सीधा सिक्योरिटी ऑफिसर नूं फोन करन, जिन्हां दी जिम्मेदारी है, जिन्हां दी ड्यूटी है। ट्रेनिंगां दिन्ने असीं उन्हां नूं 5-5 लाख 10-10 लाख के खर्चे हुंदे ने उन्हां ते, करोड़ों रुपये के असीं ट्रेनिंगां ते खर्चे करते हैं भी PM नूं, देश के एक PM नूं किन्नी सुरक्षा, कदों किन्नी सुरक्षा देनी है। सब तो ज़्यादा तो कुदरती आफत की रुकावट सी, जे कोई मन्ने या ना मन्ने, कुदरती आफत की रुकावट सी ये। ਇਹਦੇ ਵਿੱਚ शहरी लोग ਜਿਹੜੇ BJP ਦੇ ਮੈਂਬਰ ਸੀ ਉਹ ਪਹੁੰਚੇ ਹੋਏ ਸੀ, ਪੇਂਡੂ ਲੋਕ ਪਹੁੰਚ ਨਹੀਂ ਸਕੇ। दूसरी गल, पेंडू लोगों का मतभेद हजे उन्होंने विश्वास च लिया नहीं। पेंडू लोगों वो ग्राउंड च जाना पऊगा, पिंडा पिंडा च जाना पऊगा। ये चीज़ लीडरशिप समझ ले पंजाब की BJP लीडर, वो नफरत फैलाने का काम ना करके प्यार नाल आउण पिंडा च, प्यार नाल सारियां पार्टियां नूं सारे लोगों ने वोटां पाउणियां ने। लोग हमेशा वोटां पाउंदे आए ने, सदियां तो लोग राजनीतिक ने, हमेशा पार्टियां बनदियां आईयां ने। BJP एक वड्डा संगठन है, आपदा विश्वास बहाल करन, पंजाब च विश्वास बहाल करन, ना कि नफरत फैलाउण, ना कि ये कहण भी साडे PM नूं खतरा है, ते ना मीडिया के उत्ते नत्थ पाई जाए, इन्हां दे मूँह के उत्ते टेपियां लाइयां जाण नैशनल मीडिया ते कि मौत के मुँह से बचे। बहुत बड़ा सिक्योरिटी ले पूरे देश, दूसरे देश जिहड़े मोदी का कद एडा वधिया होया सी, पूरे देश च बेइज्जती हो रही है दूसरे देशों च। ये मीडिया नूं समझना चाहिए कि आपदे ही देश के प्रधानमंत्री ने बेइज्जती ना कराई जाण,
क्योंकि लोग पता की कही जाते हैं, सानू तो इस गल की फकर भी हो सकता जे असीं करिए, बट असीं साडे लई बहादरी की गल नहीं भी। लोग पूरी दुनिया 'च ये कह रहे हैं कि देश नूं आपदी स्टेटां दे विच बोलण नहीं दिता गया, तो मीडिया इस चीज़ नूं बड़ा फैला रहा। सगों ये तो बेइज्जती की गल है मीडिया वास्ते, गोदी मीडिया वास्ते तो खास करके बेइज्जती की गल है भी नफरत फैलाउणी नहीं चाहिए। जे गल लड़ाई दी है ना, भी जे तुसीं लड़ना ही है तो लड़ाई दे तरीके नाल आ जाओ। जे तुसीं लड़ना ही है ना, असीं कोई चूड़ियां नहीं पाईयां बैठियां, असीं तो इदां ही थोड़ी बैठियां सी। साडा भी आपदी कोई जमीर है, कोई अणख है, कोई साडा कोई इतिहास है, साडे पिछे इतिहास खड़ा है कि असीं जुर्मां दे विरुद्ध तां हमेशा डटे रहे हैं, जुर्मां दे विरुद्ध असीं खड़े ही रहे हैं ना, असीं उठे ही नहीं। हुण इत्थे भी पता की होया, कल भी किसान बैठे रहे मींह दे विच, बट बीजेपी के ਜਿਹੜੇ पंजाब ਦੇ ਵਿੱਚੋਂ गए शहरी वर्कर सीगे ना, मीह बर्दाश्त नहीं कर सके क्योंकि इन्हों का टेंट वाटरप्रूफ नहीं सी। मैं कुर्सियां ते पानी वेख्या टीवियां दे विच भी कुर्सियां पानी दे विच भरियां पई, तैरदियां पई। ठंड च कौन बहिंदा? शहरी तो घरे किन्ना कुछ करते हैं, पेंडू बह जाते हैं। पेंडुआं नूं विश्वास च लै लो, किसानां नूं। जे पंजाब दी बीजेपी लीडरशिप चाहुंदी है कि पंजाब च उन्हां नूं 4 सीटां मिल जाण, कुछ उन्हां दा जिहड़ा बेस सीगा बन जे, तां नफरत दी राजनीति ना करन, नफरत दे बीज ना बोजन। बंदी ਸਿੰਘਾਂ ਦੀ रिहाई की गल है, बंदी ਸਿੰਘਾਂ ਨੂੰ तुरंत रिहा करो ਜਦੋਂ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ। ਇਹਦੇ ਤੇ ਕਿਉਂ ਨਹੀਂ ਕੋਈ ਬੋਲਦਾ ਕਿ ਇਹਦੇ ਤੇ ਬੀਜੇਪੀ ਤੇ ਪੰਜਾਬ ਦੀ ਬੀਜੇਪੀ ਦਾ ਕੀ ਸਟੈਂਡ ਹੈ, ਨੈਸ਼ਨਲ ਬੀਜੇਪੀ ਦਾ ਕੀ ਸਟੈਂਡ ਹੈ ਕਿ ਉਹ ਸਪਸ਼ਟ ਕਰੇ। ਜਦੋਂ ਪੰਜਾਬ ਦੇ ਸਾਰਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਕੋਰਟ ਸਜ਼ਾ ਦਿੱਤੀ, ਉਹਨਾਂ ਨੇ ਪੂਰੀ ਕਰ ਲਈ, ਤੇ ਉਹਨਾਂ ਦੀ ਰਿਹਾਈ ਦੀ ਗੱਲ ਕਿਉਂ ਨਹੀਂ? ਸਾਡੇ ਕੈਦੀਆਂ ਦਾ ਕੋਈ ਅਧਿਕਾਰ ਨਹੀਂ। ਸਾਨੂੰ ਆਏ ਦਿਨ ਖਾਲਿਸਤਾਨ ਦੇ ਨਾਰੇ ਲਾ ਕੇ ਕਹਿੰਦੇ ਨੇ ਵੀ ਉਹਨਾਂ ਮਾਵਾਂ ਨੂੰ ਫੜਿਆ ਜਾ ਰਿਹਾ, ਉਹ ਤੇ ਕਿਉਂ ਨਹੀਂ ਕੋਈ ਬੋਲਿਆ? ਸਾਡੀ ਮਾਂ ਨੂੰ ਲੈ ਕੇ ਗਏ ਨੇ ਕੱਲ ਪਰਸੋਂ, ਤੁਸੀਂ ਦੇਖਿਆ ਹੀ ਹੋਣਾ, ਜਗਮੀਤ ਸਿੰਘ ਤੇ ਉਹਨਾਂ ਦੀ ਮਾਂ ਨੂੰ ਵੀ ਖਾਲਿਸਤਾਨ ਦੇ ਨੇ ਨਾਰੇ ਲਾਏ ਨੇ। ਇਹ ਗੱਲਾਂ ਵੇਖਣ ਵਾਲੀਆਂ ਨੇ, ਸੋਚਣ ਵਾਲੀਆਂ ਨੇ। ਪੰਜਾਬ ਦੇ ਨੌਜਵਾਨਾਂ ਨੂੰ ਇਹਦੇ ਤੇ ਬੋਲਣਾ ਚਾਹੀਦਾ, ਅੱਗੇ ਆ ਕੇ ਗੱਲ ਕਰੀਏ। ਅਸੀਂ ਸਾਡੇ ਪੰਜਾਬੀਅਤ ਦੇ ਉੱਤੇ ਇਹ ਚਿੰਨ੍ਹ ਲਗਾ ਰਹੇ ਨੈਸ਼ਨਲ ਮੀਡੀਆ। ਅਸੀਂ ਜਾਤਾਂ, ਧਰਮਾਂ ਤੇ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਕਿਰਦਾਰ ਹੈ, ਸਾਡੀ ਸ਼ਖਸੀਅਤ ਹੈ, ਸਾਡਾ ਇਤਿਹਾਸ ਹੈ, ਉਹਦੀ ਗੱਲ ਕਰੀਏ। ਪੰਜਾਬ 'ਚ ਕੋਈ ਗੁੰਡੇ ਨਹੀਂ ਰਹਿੰਦੇ। ਇਹ ਨੈਸ਼ਨਲ ਮੀਡੀਆ ਭੁੱਲ ਜੇ। ਤੇ ਜਿਹੜੇ ਲੋਕ ਕੁਛ ਅੱਗਾਂ ਲਗਾਓ ਸਟੇਟਮੈਂਟਾਂ ਦੇ ਰਹੇ ਨੇ ਕਿ ਅਸੀਂ 84 ਬਣਾ ਦਾਂਗੇ, ਆ ਜਾਓ ਜਿੰਨੇ ਆਉਣਾ ਉਹਨਾਂ ਨੂੰ ਵੀ ਅਸੀਂ ਦੱਸ ਦਾਂਗੇ। ਬਟ ਅਸੀਂ ਚਾਹੁੰਦੇ ਹਾਂ ਵੀ ਦੇਸ਼ ਦਾ ਮਾਹੌਲ ਖਰਾਬ ਨਾ ਹੋਵੇ। ਅਸੀਂ ਨਹੀਂ ਖਰਾਬ ਕਰਨਾ ਚਾਹੁੰਦੇ। ਅੱਗਾਂ ਨਾ ਲਾਓ ਪੰਜਾਬ ਦੇ ਵਿੱਚ। ਸਾਨੂੰ ਸਾਡੀਆਂ ਸਹੂਲਤਾਂ ਦਿਓ ਤੇ ਆਪਦਾ ਬੈਕਗਰਾਊਂਡ ਜਿਹੜਾ ਤੁਹਾਡਾ ਬਣਦਾ ਤਿਆਰ ਕਰੋ। ਜਿੱਥੇ ਤੁਹਾਨੂੰ ਚਾਹੁੰਦੇ ਵੋਟਾਂ ਆਪਦੀਆਂ ਜਾ ਕੇ ਮੰਗੋ। देश के PM साहब भी, उन्होंने भी चाहिए सी कि आके बह के गल कर लेंदे। किड्डी की गल सी, बरसात हो रही सी, किड्डी की गल सी, 20 मिनट रुकना पै गया, किड्डी की गल है भाई साहब। असीं 13 महीने सड़कों ते कट के आए हैं। बटा 84 चरूसी बना देंगे तो ऐ कर देंगे, तो आ गिद्दड़ धमकियां जी ना किते होर जाके दिओ। पंजाब वाल मूँह ना करो ते पंजाब दा माहौल खराब करने की कोशिश ना करो। तो पंजाब दी बीजेपी लीडरशिप ध्यान नाल सुन ले, माहौल नूं खराब करने की कोशिश ना करो। कोशिश करो कि पंजाब दा माहौल जिवें है शांति तरीके नाल बनिया रहे। उत्थे भी प्रैस कॉन्फ्रेंसां करी जांदे ने। राष्ट्रपति शासन साडे लई तां अज भी राष्ट्रपति शासन ही है। जदों दा तुसीं करोना लिआंदा राष्ट्रपति शासन ही है। किड्डी क गल है, राष्ट्रपति शासन पंजाब च सब तो ज़्यादा वार लग्या, सब तो ज़्यादा वार लगे। की सानू डरावा दे जाता नैशनल मीडिया तो लोग कि PM मोदी अज राष्ट्रपति नूं मिले ने कि राष्ट्रपति शासन लग जाएगा। वो भरावा लग जाए राष्ट्रपति शासन, किड्डी क गल है। साडे लई तां अज भी राष्ट्रपति शासन है। जदों तो करोना आया होया पूरी दुनिया ते राष्ट्रपति शासन ही चलदा पिया। सारे लोग घरां दे विच ही ने। असीं किहड़ा इत्थे जागो कड्ढणी पंजाब ने। पंजाब दीयां तां मंगां ही नहीं पूरीआं हो रहीआं। पंजाब कोले पैसा ही नहीं हैगा। साडा तां पंजाब दा ही पैसा खर्च होया रैली ते। साडा तो तुसीं पैसा खर्च कराता। आर्थिक बोझ तो साडे ते पिया। साडे तो किसानां दे कर्जे माफी की गल तुसीं करन नहीं दित्ती।
ਹੁਣ ਉੱਪਰ ਦੀ ਤੁਸੀਂ ਸਾਡੇ ਤੇ ਉੱਪਰ ਸਾਡੇ ਤੇ ਚੜੇ ਆਉਣੇ ਹੋ ਵੀ ਤੁਸੀਂ ਰੈਲੀ ਨਹੀਂ ਹੋਣ ਦਿੱਤੀ। ਜਮਹੂਰੀਅਤ ਅਧਿਕਾਰ ਕਿਸਾਨਾਂ ਦਾ ਵੀ ਹੈ ਕਿ ਉਹਦੀ ਮੰਗ ਰੱਖਣ PM ਦੇ ਸਾਹਮਣੇ। ਉੱਥੇ ਮਿਲਣ ਦਾ ਨਹੀਂ ਮੌਕਾ ਮਿਲਿਆ, ਚੱਲ ਇੱਥੇ ਮਿਲ ਲੈਂਦੇ ਆ। ਕਿੱਡੀ ਕੁ ਗੱਲ ਸੀ, ਮਿਲ ਲੈਂਦੇ ਸੀ PM ਸਾਹਿਬ, ਕਹਿ ਦਿੰਦੇ ਨਾਲ ਚੱਲੋ ਆ ਜਾਓ ਭਰਾਵਾ, ਬੈਠ ਕੇ ਗੱਲ ਕਰ ਲੈਂਦੇ ਆ, ਨਾਲੇ ਤੁਹਾਡੀਆਂ ਕੁਰਸੀਆਂ ਭਰ ਜਾਂਦੀਆਂ। ਅਸੀਂ ਤਾਂ ਮੀਂਹ 'ਚ ਵੀ ਬਹਿ ਜਾਣਾ ਸੀ, ਅਸੀਂ ਤਾਂ ਪਾਣੀ 'ਤੇ ਵੀ ਬਹਿ ਜਾਣਾ ਸੀ, ਸਾਨੂੰ ਕਿੱਥੇ ਬਿਠਾ ਲੈਂਦੇ। ਅਸੀਂ ਤਾਂ ਉਹਦੀਆਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸੀ, ਅਸੀਂ ਬਹਿ ਜਾਂਦੇ। ਇੱਕ ਵਾਰ ਆ ਕੇ ਕਹਿੰਦੇ ਤਾਂ ਸਰ ਸਾਨੂੰ, ਤੁਸੀਂ ਤਾਂ ਐਂ ਡਰੀ ਜਾਂਦੇ ਜਿਵੇਂ ਅਸੀਂ ਬੰਬ ਬੰਨੇ ਹੋਏ ਨੇ। ਭਾਈ ਸਾਹਿਬ ਅਸੀਂ ਤਾਂ ਤੁਹਾਨੂੰ ਵੋਟਾਂ ਦੇ ਕੇ ਬਣਾਇਆ ਹੈ। ਅਸੀਂ ਤਾਂ ਉਹ ਲੋਕ ਹਾਂ ਜਿਹੜੇ ਸਟਾਰਟਿੰਗ 'ਚ BJP ਦੀ ਹੀ ਸਪੋਰਟ ਕਰਦੇ ਰਹੇ ਹਾਂ ਵੀ ਭਾਈ ਇਹਨਾਂ ਨੂੰ ਬਣਾਓ, ਚੰਗੀ ਪਾਰਟੀ ਹੈ, ਚੰਗਾ ਕੰਮ ਕਰਨਗੇ, ਚੰਗਾ ਦੇਸ਼ ਨੂੰ। ਕਿਉਂਕਿ ਦੇਸ਼ ਨੇ 84 ਵੇਖੀ ਸੀ, ਬੜਾ ਕੁਛ ਪੰਜਾਬ ਨੇ ਦੇਖਿਆ ਸੀ। 47 ਪੰਜਾਬ ਨੇ ਆਪਦੇ ਤਨ ਤੇ ਡਾਈ ਹੈ, ਤੇ ਸਾਨੂੰ ਉਹ ਧਮਕੀਆਂ ਨਾ ਦਿਓ, ਗਿੱਦੜ ਧਮਕੀਆਂ ਨਾ ਦਿਓ। ਬਹੁਤ ਕੁਛ ਪੰਜਾਬ ਨੇ ਡਾਇਆ ਆਪਦੇ ਇਸ ਤਨ ਤੇ। ਤੇ ਇਸ ਚੀਜ਼ ਨੂੰ ਕਰੋ ਬੰਦ। ਇਹ ਨਾਟਕ ਜਿਹੜੇ ਨੇ ਨਾ, ਇਹ ਤੁਹਾਡੇ ਕਿਤੇ ਹੋਰ ਜਾ ਕੇ, ਕਿਸੇ ਹੋਰ ਸਟੇਟਾਂ 'ਚ ਕਿਤੇ ਹੋਰ ਜਾ ਕੇ ਖੜਕਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੇ ਦੇਸ਼ ਦਾ, ਪੰਜਾਬ ਦਾ ਜੇ ਮਾਹੌਲ ਖਰਾਬ ਹੁੰਦਾ ਨਾ ਤਾਂ ਸਾਰਿਆਂ ਦੀਆਂ ਸਟੇਟਮੈਂਟਾਂ ਕੱਢ ਕੇ ਤੇ ਉਹਨਾਂ ਸਾਰਿਆਂ ਨੂੰ ਅੰਦਰ ਦਿਓ। ਫਲਾਣਾ ਪ੍ਰੋਹਿਤ ਤੇ ਫਲਾਣਾ ਸਿੰਘ, ਕੱਲ ਦਾ ਫੇਸਬੁੱਕ ਤੇ ਗਾਹ ਪਿਆ ਵੀ ਅਸੀਂ 84 ਬਣਾ ਦਾਂਗੇ। ਉਹ ਐਡਾ ਆਸਾਨ ਹੈ ਪੰਜਾਬ ਨੂੰ, ਇੰਨੇ ਹਲਕੇ 'ਚ ਲੈ ਲਿਆ ਤੁਸੀਂ ਪੰਜਾਬ ਨੂੰ। ਐਡੇ ਹਲਕੇ 'ਚ ਨਾ ਲਓ ਪੰਜਾਬ ਨੂੰ। ਵਿਰੋਧ ਬਣਦਾ, ਫਿਰ ਕੀ ਹੋ ਗਿਆ? ਵਿਰੋਧ ਹੀ ਸੀ, ਫਿਰ ਕੀ ਹੋ ਗਿਆ? ਵਿਰੋਧ ਕਰਤਾ ਤਾਂ ਕੀ ਹੋ ਗਿਆ? ਕਿੱਡੀ ਕੁ ਗੱਲ ਕਿਸਾਨਾਂ ਨੇ ਵਿਰੋਧ ਕਰਤਾ ਹੈ ਜਾਂ ਕਿਸਾਨ ਜਥੇਬੰਦੀਆਂ ਨੇ ਕਰਤਾ ਹੈ ਜਾਂ ਕੋਈ ਗੱਲ ਨਹੀਂ ਸੀ। ਉਹ ਵੀ ਆਪਦਾ ਰੈਲੀ 'ਚ ਜਾ ਕੇ ਬੋਲ ਲੈਂਦੇ। ਉਹ ਤਾਂ ਕੁਰਸੀਆਂ ਖਾਲੀ ਕਰਕੇ ਥੋੜਾ ਦਿੱਕਤ ਸੀ। ਭਲਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਸੀ ਵੀ ਉਹਨਾਂ ਦੇ ਤਾਂ ਪਲ ਫੋਨ ਹੀ ਆਉਂਦੇ ਸੀਗੇ ਨਾ ਵੀ ਭਾਈ ਉੱਥੇ ਕਿੰਨਾ ਮਾਹੌਲ ਹੈ, ਕਿਵੇਂ ਦਾ ਹੈ। ਤੇ ਸਾਰੇ ਉਹਨਾਂ ਨੂੰ ਦੱਸ ਰਹੇ ਹੋਣੇ ਨੇ ਵੀ ਭਾਈ ਸਾਹਿਬ ਉੱਥੇ ਕੁਰਸੀਆਂ ਖਾਲੀ ਨੇ। ਤੇ ਉਹਨਾਂ ਨੇ ਵੀ ਸੋਚਿਆ ਹੋਣਾ, ਸਮਝਦਾਰ ਸੀ ਇਨਸਾਨ, ਉਹਨਾਂ ਨੇ ਸੋਚਿਆ ਕੁਰਸੀਆਂ ਨੂੰ ਬੋਲਣ ਤੋਂ ਬੈਟਰ ਆਪਦਾ ਚਲੇ ਜਾਓ, ਜ਼ਰੂਰੀ ਹੈ, ਚਲੋ ਚਲੇ ਜਾਂਦੇ ਹਾਂ। ਬਟ ਉਹ ਉੱਠ ਕੇ ਸਾਡੇ ਨਾਲ ਆ ਕੇ ਉੱਥੇ ਬਹਿ ਕੇ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਨਾਲ ਆ ਕੇ ਗੱਲ ਕਰ ਲੈਂਦੇ, ਖੜੇ ਹੋ ਜਾਂਦੇ। ਉਹਨਾਂ ਨੂੰ ਵੀ ਕਹਿ ਦਿੰਦੇ ਵੀ ਚੱਲ ਆ ਜਾਓ ਕੁਰਸੀਆਂ 'ਤੇ ਬਹਿ ਜਾਓ ਤੁਸੀਂ, ਤੇ ਆਪਾਂ ਗੱਲ ਕਰ ਲੈਂਦੇ ਹਾਂ ਵੀ ਆ ਜਾਓ, ਇਹ ਕੁਰਸੀਆਂ ਜਿਹੜੀਆਂ ਖਾਲੀ ਪਈਆਂ ਨੇ ਤੇ ਤੁਸੀਂ ਬਹਿ ਜਾਓ, ਆਪਾਂ ਗੱਲ ਕਰ ਲੈਂਦੇ ਹਾਂ। ਸੜਕਾਂ 'ਤੇ ਬੈਠੇ ਕਿਸਾਨ ਵੀ ਸੋਚਦੇ ਵੀ ਵਾਹ, 13 ਮਹੀਨੇ ਉੱਥੇ ਦਿੱਲੀ 'ਚ ਤਾਂ ਬੈਠੇ ਰਹੇ, ਸਾਡੇ ਪੰਜਾਬ 'ਚ ਆ ਕੇ ਚਲੋ ਸਾਨੂੰ ਕਮ ਸੇ ਕਮ ਚਲੋ ਬੋਲੇ ਆ, ਤੇ ਚਲੋ ਤੇ ਅਸੀਂ ਸਾਡੇ ਜ਼ਖਮਾਂ ਨੂੰ ਥੋੜ੍ਹਾ ਜਿਹਾ ਇਹਨਾਂ ਨੇ ਠੀਕ ਕੀਤਾ, ਤੇ ਅਸੀਂ ਕਮ ਸੇ ਕਮ 750 ਤੋਂ ਵੱਧ ਸਾਡੀਆਂ ਸ਼ਹਾਦਤਾਂ ਨੇ। ਆਏ ਦਿਨ ਸਾਡੇ ਉੱਥੇ ਕਿਸਾਨ ਉੱਥੇ ਮਰਦੇ ਰਹੇ ਨੇ, ਉਹਨਾਂ ਦੀ ਡੈਥ ਹੁੰਦੀ ਰਹੀ, ਸ਼ਹੀਦ ਹੁੰਦੇ ਰਹੇ ਨੇ। ਤੁਸੀਂ ਜਾਣ ਬੁੱਝ ਕੇ ਟਾਰਗੇਟ ਕੀਤਾ ਕੁਛ BJP ਦੇ ਉੱਥੇ ਲਖੀਮਪੁਰ ਖੀਰੀ ਦੇ ਵਿੱਚ ਕੀ ਹੋਇਆ ਹੈ, ਟੱਕਰੀ ਬਾਰਡਰ ਤੇ ਕੀ ਹੋਇਆ, ਔਰਤਾਂ ਦੇ ਟੈਂਟਾਂ ਤੇ ਤੁਸੀਂ ਹਮਲੇ ਕਰਵਾਏ BJP ਤੇ RSS ਦੇ ਗੁੰਡਿਆਂ ਵੱਲੋਂ। ਫਿਰ ਵੀ ਅਸੀਂ ਬਰਦਾਸ਼ਤ ਕੀਤਾ ਹੀ ਹੈ। ਅਸੀਂ ਕੀ ਕਰਤਾ? ਅਸੀਂ ਤਨ ਤੇ ਹੰਡਾਈਆਂ ਨੇ ਨਾ ਚੀਜ਼ਾਂ। ਫਿਰ ਕੀ ਹੋ ਗਿਆ ਸੀ? ਵਿਰੋਧ ਸੀ ਤਾਂ ਤੁਸੀਂ ਸਾਨੂੰ ਪੰਜਾਬ ਨੂੰ ਗੁੰਡਾ ਘੋਸ਼ਿਤ ਕਰਨ ਤੇ ਤੁਲੇ ਹੋਏ ਹੋ ਵੀ ਇਹ ਗੁੰਡੇ ਨੇ, ਆਤੰਕਵਾਦੀ ਨੇ। ਤੇ ਇਹ ਸ਼ਰਮ ਕਰੋ, ਸ਼ਰਮ ਹੋਣੀ ਚਾਹੀਦੀ ਹੈ। ਅਸੀਂ ਪੰਜਾਬ ਦੇ ਨੌਜਵਾਨ ਗੁੰਡੇ ਨਹੀਂ ਆ। ਤੇਰਾਂ ਮਹੀਨੇ ਜਿਹੜੇ ਸੜਕਾਂ ਤੇ ਬਹਿ ਸਕਦੇ ਨੇ, ਉਹ ਗੁੰਡੇ ਕਿਵੇਂ ਹੋ ਸਕਦੇ ਬਿਨਾਂ ਹਥਿਆਰਾਂ ਤੋਂ? ਜਿਹੜੇ 13 ਮਹੀਨੇ ਬਹਿ ਸਕਦੇ, ਸਾਨੂੰ ਤੁਸੀਂ ਉੱਥੇ ਬਿਠਾਈ ਰੱਖਿਆ, ਅਸੀਂ ਬੈਠੇ ਰਹੇ। ਇੱਥੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਇੱਥੇ ਸਪਸ਼ਟ ਬੋਲੀਏ, ਆ ਕੇ ਬੋਲੀਏ ਵੀ ਇਹ ਜਿਹੜਾ ਇਹਨਾਂ ਨੇ ਹਾਲਾਂਕਿ ਮੀਡੀਆ ਵਾਲੇ ਹੀ ਕੁਛ ਲੋਕ ਨੇ ਜਿਹੜੇ ਜਾਣਬੁੱਝ ਕੇ ਸਾਨੂੰ ਬਦਨਾਮ ਕਰਦੇ ਪਏ ਨੇ, ਤੇ ਕੁਛ BJP ਦੇ ਨਹੀਂ ਮੈਂ ਕਹਾਂਗੀ, ਉਹ ਕੱਟੜ ਹਿੰਦੂ ਇੱਕ ਸੋਚ ਹੈ, ਉਹ ਕਿਸੇ ਵੀ ਪਾਰਟੀ 'ਚ ਹੋ ਸਕਦੀ ਹੈ ਨਾ, ਉਹਨਾਂ ਦਾ ਕੋਈ ਧਰਮ ਹੁੰਦਾ ਹੀ ਹੈ। ਹਾਂ, ਤੇ ਉਹਨਾਂ ਨੂੰ ਆਪਦੇ ਜ਼ਬਾਨਾਂ ਤੇ ਕੰਟਰੋਲਾਂ ਕਰਨੀਆਂ ਚਾਹੀਦੀਆਂ ਨੇ। 84 ਬਣਾ ਦਾਂਗੇ, ਖਾਲਾ ਜੀ ਦਾ ਬੜਾ ਧਮਕੀਆਂ ਦੇਖੋ ਕਿਵੇਂ ਦਿੰਦੇ ਨੇ। ਸੰਵਿਧਾਨ ਤੁਹਾਡੇ ਤੇ ਵੀ ਓਨਾ ਹੀ ਲਾਗੂ ਹੁੰਦਾ, ਇਹ ਗੱਲ ਯਾਦ ਰੱਖਿਓ। ਇਹ ਜਿਹੜੀਆਂ ਤੁਹਾਡੀਆਂ ਧਮਕੀਆਂ ਨੇ ਨਾ, ਤੇ ਇਹਨਾਂ ਨੂੰ ਅੰਦਰ ਦਿਓ। ਇਹਨਾਂ ਨੂੰ ਜਿਹੜੀ ਸਰਕਾਰ ਸਮੇਂ ਦੀ, ਇਹਨਾਂ ਨੂੰ ਅੰਦਰ ਦਿੱਤਾ ਜਾਵੇ ਜਿਹੜੇ ਇਹ ਕਹਿੰਦੇ ਨੇ, ਇਹਨਾਂ ਤੇ ਐਕਸ਼ਨ ਲਿਆ ਜਾਵੇ। ਸਾਡੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ, ਜਿਹੜੀਆਂ ਕਿਸਾਨਾਂ ਦੇ ਨਾਲ ਉਹਨਾਂ ਨੇ ਕੀਤਾ ਹੈ। ਆਰਥਿਕ ਮੁਆਵਜ਼ੇ ਦੀ ਗੱਲ ਹੈ, ਉਹਨਾਂ ਨੂੰ ਆਰਥਿਕ ਮੁਆਵਜ਼ਾ ਦਿੱਤਾ ਜਾਵੇ। ਨੌਕਰੀਆਂ ਦੀ ਗੱਲ ਹੋਈ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਜਿਹੜੀ ਇਹਨਾਂ ਨੇ ਗੱਲ ਕੀਤੀ MSP ਦੀ ਗਰੰਟੀ, ਉਹਦੇ ਤੇ ਜਲਦੀ ਤੋਂ ਜਲਦੀ ਆਪਦਾ ਸਟੈਂਡ BJP ਕਲੀਅਰ ਕਰੇ। BJP ਕੀ ਦੇਸ਼ ਦੀ ਸਰਕਾਰ,
ਪਾਰਟੀ ਦੀ ਗੱਲ ਨਹੀਂ ਕਿ ਦੇਸ਼ ਦੀ ਸਰਕਾਰ ਕਲੀਅਰ ਕਰੇ ਜਲਦੀ ਤੋਂ ਜਲਦੀ, ਕਿੰਨੇ ਟਾਈਮ 'ਚੋਂ ਕਲੀਅਰ ਕਰ ਦੇਣਗੇ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਤੁਸੀਂ ਗੱਲ ਕੀਤੀ ਸੀ, ਉਹਦੀ ਗੱਲ ਕਰੋ। ਹੋਰ ਪੰਜਾਬ ਨੂੰ ਜਿਹੜੇ ਕੋਈ ਤੁਸੀਂ ਆਰਥਿਕ ਜਿਹੜੀਆਂ ਵੀ ਤੁਸੀਂ ਤੁਹਾਡਾ ਜਿਹੜਾ ਅੱਗੇ ਏਜੰਡਾ ਹੈ, ਤੁਹਾਡਾ ਪੋਲੀਟੀਕਲ ਏਜੰਡਾ ਹੈ, ਜਾਂ ਜਿਹੜੀਆਂ ਵਿੱਚ ਤੁਸੀਂ ਅੱਗੇ ਆਪਦੀਆਂ ਰੱਖਣੀਆਂ ਨੇ ਗੱਲਾਂ, ਉਹ ਲੱਗੇ ਲੈ ਕੇ ਆਓ ਵੀ ਹਾਂ ਅਸੀਂ ਪੰਜਾਬ ਵਾਸਤੇ ਇਹ ਕਰਨਾ ਹੈ। ਆਹ ਕੀ ਗੱਲਾਂ ਹੋਈਆਂ ਕਿ ਅਸੀਂ ਪੰਜਾਬ ਨੂੰ ਅਸੀਂ 84 'ਚ ਧਕੇਲ ਦਾਂਗੇ? ਇਹ ਤਾਂ ਮਤਲਬ ਤਾਨਾਸ਼ਾਹੀ ਤੇ ਤਾਨਾਸ਼ਾਹੀ ਤੋਂ ਵੀ ਉੱਪਰ ਦੀਆਂ ਗੱਲਾਂ ਨੇ ਇਹ। ਕਿਸੇ ਨੂੰ ਬਦਨਾਮ ਕਰਨਾ, ਕਿਸੇ ਨੂੰ ਜਾਣ ਬੁੱਝ ਕੇ ਉਕਸਾਉਣਾ ਵੀ ਆਓ ਅਸੀਂ ਲੜੀਏ। ਤੇ ਪੰਜਾਬ ਨੂੰ ਵੀ ਮੈਂ ਕਹਿਣਾ ਚਾਹੁੰਦੀ ਵੀ ਇਹਨਾਂ ਦਾ ਕੰਮ ਹੈ ਉਕਸਾਉਣਾ, ਆਪਾਂ ਉਕਸਣਾ ਨਹੀਂ। ਇਹ ਲੋਕ ਤਾਂ ਹੀ ਕਰਦੇ ਨੇ, ਇਹਨਾਂ ਦਾ ਕੰਮ ਹੈ ਉਕਸਾਉਣਾ ਸਾਨੂੰ। ਬਟ ਅਸੀਂ ਸਮਝਦਾਰ ਹੋ ਗਏ ਹਾਂ ਹੁਣ, ਅਸੀਂ ਐਂ ਨਹੀਂ ਉਕਸਦੇ ਤੁਹਾਡੀਆਂ ਇਹ ਗੰਦੀਆਂ ਗਿੱਦੜ ਧਮਕੀਆਂ ਤੋਂ, ਅਸੀਂ ਐਂ ਨਹੀਂ ਉਕਸਦੇ। ਜੇ ਤੁਸੀਂ ਆਉਣਾ ਹੋਇਆ ਜਦੋਂ ਮਰਜ਼ੀ ਵੰਗਾਰ ਕੇ ਆ ਜਾਓ, ਤੇ ਜਦੋਂ ਮਰਜ਼ੀ ਆ ਜਾਓ, ਜਿੱਥੇ ਮਰਜ਼ੀ, ਜੋ ਤੁਹਾਨੂੰ ਲੱਗਦਾ ਜਿੱਥੇ ਮਰਜ਼ੀ, ਜਿਹੜਾ ਮਰਜ਼ੀ ਗਰਾਊਂਡ ਵੀ ਤੁਸੀਂ ਤੈਅ ਕਰ ਲਿਓ, ਆ ਜਾਾਂਗੇ ਅਸੀਂ। ਸਾਡੀਆਂ ਮਾਵਾਂ ਭੈਣਾਂ ਨੂੰ ਜੇ ਤੁਸੀਂ ਜੇਲ੍ਹਾਂ 'ਚ ਡੱਕ ਸਕਦੇ ਹੋ, ਉਹਨਾਂ ਨਾਲ ਜੇਲ੍ਹਾਂ ਦੇ ਵਿੱਚ ਤੁਸੀਂ ਡੱਕਦੇ ਹੋ, ਸਾਡੀਆਂ ਮਾਵਾਂ ਭੈਣਾਂ ਨੂੰ ਪੁਲਿਸ ਦੂਜੀ ਲੈ ਕੇ ਜਾਂਦੀ, ਉੱਥੇ ਤੁਸੀਂ ਕੁਛ ਨਹੀਂ ਬੋਲਦੇ। ਸ਼ਰਮ ਨਹੀਂ ਆਈ ਉੱਥੇ ਪੰਜਾਬ ਦੀ ਬੀਜੇਪੀ ਨੂੰ? ਜਦੋਂ ਇੱਕ ਮਾਂ ਨੂੰ ਉਹਦੇ ਪੁੱਤਰ ਦੇ ਨਾਲ ਜਦੋਂ ਦੂਸਰੀ ਲੈ ਕੇ ਗਏ, ਮੇਲ ਪੁਲਿਸ ਲੈ ਕੇ ਗਈ, ਉੱਥੇ ਨਹੀਂ ਤੁਸੀਂ ਬੋਲੇ? ਜ਼ਬਾਨ ਨਹੀਂ ਖੁੱਲੀ ਤੁਹਾਡੀ? 750 ਤੋਂ ਵੱਧ ਕਿਸਾਨ ਬੈਠੇ ਬੈਠੇ ਸੜਕਾਂ ਤੇ ਸ਼ਹੀਦ ਹੋ ਗਏ, ਉੱਥੇ ਨਹੀਂ ਜ਼ਬਾਨ ਖੁੱਲੀ ਤੁਹਾਡੀ? ਪੰਜਾਬ ਦੀ ਬੀਜੇਪੀ ਦੀ ਗੱਲ ਕਰਦੀ ਹਾਂ ਮੈਂ। ਅੱਜ ਤੁਸੀਂ ਗੱਲ ਨੂੰ, ਛੋਟੀ ਛੋਟੀ ਗੱਲਾਂ ਨੂੰ ਸਾਡੇ ਤੇ ਸਾਨੂੰ ਕਿਉਂ ਬਦਨਾਮ ਕਰੀ ਜਾਂਦੇ ਹੋ? ਪੰਜਾਬ ਦੀ ਕਾਂਗਰਸ ਵੀ ਮੈਨੂੰ ਲੱਗਦਾ ਵੀ ਇਹ ਨਹੀਂ ਸੀ ਚਾਹੁੰਦੀ ਵੀ ਪੰਜਾਬ ਨੂੰ ਜਿਹੜੀਆਂ ਸਹੂਲਤਾਂ ਮਿਲਣ ਵਾਲੀਆਂ ਮਿਲਣ। ਉਹ ਵੀ ਉਹਦਾ ਸਟੈਂਡ ਕਲੀਅਰ ਕਰਨ, ਆਪਦਾ ਸਟੈਂਡ ਕਲੀਅਰ ਕਰਨ। ਬਾਕੀ ਉਹਨਾਂ ਨੂੰ ਸਿਕਿਉਰਿਟੀ ਦੀ ਜਿਹੜੀ ਗੱਲ ਹੈ, ਉਹਨਾਂ ਨੂੰ ਸਿਕਿਉਰਿਟੀ ਅਫਸਰਾਂ ਨੂੰ ਫੋਨ ਕਰਨੇ ਚਾਹੀਦੇ ਸੀ। ਇਹ ਮੈਂ 3 ਵਾਰ ਬੋਲ ਚੁੱਕੀ ਹਾਂ, ਵਾਰ-ਵਾਰ ਮੈਂ ਇਹੀ ਬੋਲਦੀ ਹਾਂ ਕਿ JP ਨੱਡਾ ਜਾਂ ਪੰਜਾਬ ਦੀ ਲੀਡਰਸ਼ਿਪ, ਬੀਜੇਪੀ ਦੀ ਲੀਡਰਸ਼ਿਪ, ਉਹਨਾਂ ਨੂੰ ਫੋਨ ਕਰਨ ਦੀ ਬਜਾਏ CM ਚੰਨੀ ਨੂੰ ਜਾਂ ਪੋਲੀਟੀਕਲ ਪਾਰਟੀਜ਼ ਨੂੰ, ਉਹਨਾਂ ਨੂੰ ਸਿਕਿਉਰਿਟੀ ਅਫਸਰਾਂ ਨੂੰ ਫੋਨ ਕਰਦੇ। ਪੰਜਾਬ ਦੀ ਸਿਕਿਉਰਿਟੀ ਨੂੰ ਤੇ ਸੈਂਟਰ ਦੀ ਸਿਕਿਉਰਿਟੀ, ਉਹਨਾਂ ਦਾ ਆਪਸ ਵਿੱਚ ਕਮਿਊਨੀਕੇਸ਼ਨ ਗੈਪ ਹੋ ਸਕਦਾ, ਇਹ ਕੋਈ ਕਾਰਨ ਹੋ ਸਕਦੇ ਹੋਣਗੇ। ਬਾਕੀ ਕੁਦਰਤੀ ਆਫਤ ਸਭ ਤੋਂ ਵੱਡਾ ਕਾਰਨ ਰਿਹਾ ਹੈ ਇਸ ਰੈਲੀ ਨੂੰ ਰੋਕਣ ਦੀ। ਲੋਕ ਘੱਟ ਪਹੁੰਚੇ ਨੇ, ਉਹਦੇ ਲਈ ਮੀਂਹ ਜ਼ਿੰਮੇਦਾਰ ਹੈ। ਉਹ ਕਿਉਂਕਿ ਐਡੇ ਵੱਡੇ ਮੀਂਹ 'ਚ ਲੋਕਾਂ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਇਹਨਾਂ ਕੋਲੋਂ, ਬੀਜੇਪੀ ਦੀ ਲੀਡਰਸ਼ਿਪ ਕੋਲੋਂ, ਪੰਜਾਬ ਦੀ। ਹਾਲਾਂਕਿ ਖਰਚਾ ਤਾਂ ਸਾਡਾ ਹੀ ਲੱਗਿਆ, ਤੇ ਵੀ ਉਸ ਪ੍ਰਕਾਰ ਦਾ ਪ੍ਰਬੰਧ ਨਹੀਂ ਹੋ ਪਾਇਆ ਇਹਨਾਂ ਤੋਂ। ਇਹਨਾਂ ਦਾ ਫੇਲਿਅਰ ਹੈ, ਪੰਜਾਬ ਦੀ ਬੀਜੇਪੀ ਲੀਡਰਸ਼ਿਪ ਦਾ ਫੇਲਿਅਰ ਹੈ, ਨਾ ਕਿ ਹੋਰ ਕਿਸੇ ਦਾ। ਸਿਕਿਉਰਿਟੀ ਲੈਪਸ, ਜੇ ਉਹ 20 ਮਿੰਟ ਬਹਿ ਸਕਦੇ ਸੀ ਸੜਕ ਤੇ, ਸਿਕਿਉਰਿਟੀ, ਉਹ ਕਹਿੰਦੇ ਨਹੀਂ ਸਿਕਿਉਰਿਟੀ ਲੈਪਸ, ਤੇ 20 ਮਿੰਟ ਤੱਕ ਉਹ ਸੜਕ ਤੇ ਖੜੇ ਰਹੇ। ਜੇ ਕਿਸੇ ਨੇ ਮਾਰਨਾ ਹੁੰਦਾ ਉਹੀ ਮਾਰ ਦਿੰਦੇ। ਇੱਦਾਂ ਨਹੀਂ ਹੁੰਦੇ, ਐ ਨਹੀਂ ਬੰਦੇ ਮਾਰੇ ਜਾਂਦੇ ਹੁੰਦੇ, ਨਾ ਕੋਈ ਕਿਸੇ ਨੂੰ ਮਾਰਨ ਜਾਂਦਾ ਹੀ ਹੈ। ਪੰਜਾਬ ਦੀ ਧਰਤੀ ਨੇ ਐਵੇਂ ਦਾ ਕਦੇ ਨਹੀਂ ਕੁਛ ਕੀਤਾ। ਜਿਹਨੇ ਗਲਤ ਕੀਤਾ ਸੀ ਉਹਦੇ ਨਾਲ ਗਲਤ ਕੀਤਾ ਇਹਨਾਂ ਨੇ। ਸੋ ਸਾਨੂੰ ਗੁੰਡਾ ਇਸ ਪ੍ਰਕਾਰ ਦਾ ਘੋਸ਼ਿਤ ਨਾ ਕਰੋ, ਅਸੀਂ ਗੁੰਡੇ ਨਹੀਂ ਹਾਂ। ਜੇ ਕਿਸੇ ਨੂੰ ਲੱਗਦਾ, ਮੈਂ ਤਾਂ ਕਹਿੰਦੀ ਵੀ ਸਾਡੇ ਦੁਸ਼ਮਣ ਵੀ ਸਾਡੇ ਘਰਾਂ 'ਚ ਆਉਣ ਤਾਂ ਅਸੀਂ ਉਹਨਾਂ ਦਾ ਸਵਾਗਤ ਕਰੀਦਾ। ਆ ਜਾਣ PM ਮੋਦੀ ਸਾਹਿਬ ਮੇਰੇ ਘਰ ਆ ਜਾਣ, ਵਾਧੂ ਖੁੱਲ੍ਹਾ ਹੈ, ਇਹ ਮੇਰਾ ਹੀ ਘਰ ਹੈ, ਆ ਜਾਣ, ਬਿਠਾ ਲਾਂਗੇ, ਪਿਆ ਦਾਂਗੇ ਚਾਹ ਪਾਣੀ, ਜੋ ਕਹਿਣਗੇ ਅਸੀਂ ਆਪਦੇ ਹੱਥਾਂ ਨਾਲ ਪ੍ਰਸ਼ਾਦੇ ਛਕਾਵਾਂਗੇ। ਬਟ ਗੱਲ ਤਾਂ ਵੀ ਪੋਲੀਟੀਕਲ ਸਟੰਟ ਨਾ ਖੇਡੋ, ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ 'ਚ ਲਓ, ਸਾਨੂੰ ਧਮਕੀਆਂ ਨਾ ਦਿਓ। ਇਹ ਇਹਨਾਂ ਤੋਂ ਨਹੀਂ ਸੀ ਡਰਦੇ ਡੁਰਦੇ। ਬਸ ਇਹੀ 4-5 ਗੱਲਾਂ ਸੀਗੀਆਂ ਜਿਹੜੀਆਂ ਕਰਨੀਆਂ ਸੀ। ਤੇ 1-2 ਪੋਸਟਾਂ ਪਾਈਆਂ, ਕੁਛ ਕਾਰਨਾਂ ਕਰਕੇ ਡਿਲੀਟ ਕਰਤੀਆਂ ਪਿੱਛੋਂ ਉਹਨਾਂ ਨੇ। ਤੇ ਚਲੋ ਧੰਨਵਾਦ ਹੈ ਸਾਰਿਆਂ ਦਾ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।